आज कोविड अपडेट ਦੇ ਵਿੱਚ ਰੋਪੜ ਦੇ ਵਿੱਚ ਤੁਹਾਡੇ ਨਾਲ ਫਿਰ ਮੈਂ ਸਾਂਝਾ ਕਰਨਾ ਚਾਹੁੰਦੀ ਹਾਂ ਜਿਹੜੇ ਵੀ ਹੁਣ ਨਵੇਂ ਡਿਵੈਲਪਮੈਂਟਸ ਹੈਗੇ ਨਵੀਂ ਜਿਹੜੀ ਹੁਣ ਗਾਈਡਲਾਈਨਸ ਹੈਗੀ ਸਰਕਾਰ ਕੀ ਕੁਝ ਚੀਜ਼ਾਂ ਨੂੰ ਲੈਂਦੇ ਹੋਏ ਤੇ ਜੇਕਰ ਗੱਲ ਕਰੀਏ ਹੁਣ ਤੱਕ ਜਿਹੜੇ ਸੈਂਪਲ ਲਿੱਤੇ ਗਏ ਨੇ ਉਹ 51294 ਸੈਂਪਲ ਲਿੱਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 49048 ਸੈਂਪਲ ਨੈਗੇਟਿਵ ਆਏ ਨੇ ਰਿਜ਼ਲਟਸ ਅਵੇਟਡ 512 ਦਾ ਹੈਗਾ ਤੋ ਤੁਸੀਂ ਪਤਾ ਕਰ ਸਕਦੇ ਹੋ ਕਿ ਹੁਣ 96% ਸਾਡੀ ਜਿਹੜੀ ਹੈਗੀ ਨੈਗੇਟਿਵਿਟੀ ਰੇਟ ਹੈਗੀ ਕਿ ਜਿਹੜੇ ਸੈਂਪਲ ਅਸੀਂ ਲੈ ਰਹੇ ਨੇ ਉਹਨਾਂ ਦੇ ਵਿੱਚੋਂ 46% ਜਿਹੜੇ ਵਿਅਕਤੀ ਆਉਂਦੇ ਨੇ ਉਹ ਨੈਗੇਟਿਵ ਹੀ ਆ ਰਹੇ ਨੇ ਜ਼ਿਆਦਾਤਰ ਨਵੇਂ ਕੇਸਿਸ ਜਿਹੜੇ ਅੱਜ ਨੇ ਉਹ ਹੁਣ 5 ਆਏ ਨੇ ਪਿਛਲੇ ਕੁਝ ਦਿਨਾਂ ਤੋਂ ਸਾਡੇ ਜਿਹੜੇ ਕੇਸਿਸ ਆ ਰਹੇ ਨੇ ਉਹ ਬਹੁਤ ਹੀ ਘੱਟ ਹੀ ਆ ਰਹੇ ਨੇ ਤੇ एक इशू इस दे विच कई बार लोगों ने पूछा है कि क्या सिचुएशन बेहतर हो रही है बिल्कुल बेशक मैं कह सकती हूँ कि सिचुएशन थोड़ी सी पहले दे मुकाबले बेहतर हो रही हैगी लेकिन हुण भी जिहड़ा डेंजर हैगा जिहड़ा ये कंसर्न है जिहड़ा वरी है वो बनिया हुआ हैगा लेकिन सरकार वालों बार बार इस चीज़ के ऊपर जोर दिता जा रहा हैगा लोगों नूं समझाया जा रहा है कि किस तरीके नाल असीं कोरोना दे नाल ही रहिंदे हुए ही पूरी अपनी ਜਿਹੜੀ ਲਾਈਫਸਟਾਈਲ ਹੈਗੀ ਉਸ ਦੇ ਵਿੱਚ ਕੀ ਚੇਂजेस ਕਰਨੇ ਨੇ ਇਹ ਜਿਹੜੇ 5 ਹੁਣ ਕੇਸਿਸ ਅੱਜ ਆਏ ਨੇ ਉਹ ਹੁਣ ਇੱਕ 25 ਸਾਲ ਦੀ ਫੀਮੇਲ ਹੈਗੀ ਅਨਪੁਰ ਸਾਹਿਬ ਤੋਂ 32 ਸਾਲ ਦੀ ਫੀਮੇਲ ਹੈਗੀ ਨੂਰਪੁਰ ਬੇਦੀ ਤੋਂ ਆਪਣੇ ਸਰਬਜੀਤ ਰੂਪਨਗਰ ਤੋਂ ਹਰਗੋਬਿੰਦ ਨਗਰ ਤੋਂ ਇੱਕ ਹੈਗੇ ਮੇਲ ਭਰਤਗੜ ਤੋਂ ਮੇਲ ਹੈਗੇ 60 ਸਾਲ ਦੇ ਤੇ 42 ਸਾਲ ਦੀ ਫੀਮੇਲ ਹੈਗੀ ਭਰਤਗੜ ਦਬੁਰਜੀ ਤੋਂ तो ये ਜਿਹੜੇ 5 केसेस हैंगे ये ਜਿਹੜੇ ਨਵੇਂ आज आए ने डिस्चार्ज ਹੁਣ आज ਜਿਹੜੇ केसेस हुए ने वो 34 केसेस हुए ने ਜਿਹੜੇ कोविड ਨੂੰ ਹਰਾ ਕੇ ਵਾਪਸ ਆਪਣੇ ਘਰ ਵਾਪਸ ਆਏ ਨੇ टोटल रिकवर्ड पेशेंट्स ਦੀ ਹੁਣ ਤੱਕ ਗਿਣਤੀ ਜਿਹੜੀ ਹੈਗੀ ਉਹ 1771 ਹੋ ਚੁੱਕੀ ਹੈਗੀ ਜਿਨ੍ਹਾਂ ਦੀ ਰਿਕਵਰੀ ਪਰਸੈਂਟੇਜ ਜੇਕਰ ਦੇਖੀਏ ਤਾਂ ਅਸੀਂ 75% ਤੋਂ ਵੱਧ ਜਿਹੜੀ ਰਿਕਵਰੀ ਰੇਟ ਹੈਗਾ ਹੁਣ ਪੇਸ਼ੈਂਟਸ ਦੇ ਵਿੱਚ एक्टिव पॉजिटिव केसेस आज की डेट ਦੇ ਵਿੱਚ 376 ਹੀ ਹੈਗੇ टोटल पॉजिटिव केस ਹੁਣ ਤੱਕ ਪਿਛਲੇ ਮਾਰਚ ਤੋਂ ਜਿੰਨਾ ਵੀ ਅਸੀਂ ਕਾਊਂਟ ਕਰ ਰਹੇ ਨੇ ਉਸ ਹੁਣ ਤੱਕ ਜਿਹੜੇ 2234 केसेस ਹੁਣ ਤੱਕ ਪੋਜ਼ਿਟਿਵ ਆਏ ਨੇ ਅਨਫੋਰਚੂਨੇਟਲੀ 2 ਡੈਥਸ ਹੋਈ ਹੈਗੀ ਅੱਜ ਸਾਡੇ ਕੋਲ ਜਿਹੜੀ ਸਾਨੂੰ ਇਸ ਦਾ ਬਹੁਤ ਹੀ ਜ਼ਿਆਦਾ ਅਫਸੋਸ ਹੈਗਾ ਜਿਸ ਦੇ ਵਿੱਚ ਇੱਕ ਮੇਲ ਹੈ 34 ਸਾਲ ਦੇ ਗਿਲਕੋ ਵੈਲੀ ਦੇ ਜਿਨ੍ਹਾਂ ਨੂੰ ਹੋਮ ਆਈਸੋਲੇਸ਼ਨ ਦੇ ਵਿੱਚ ਰੱਖਿਆ ਗਿਆ ਸੀਗਾ ਲੇਕਿਨ ਰਾਤੀ ਉਹਨਾਂ ਨੂੰ ਕੋਈ ਬ੍ਰੈਥਲੈਸਨੈਸ ਕੀ ਇਸ਼ੂ ਹੋਣ ਕਾਰਨ ਜਦ ਉਹਨਾਂ ਦੇ ਸਿੰਪਟਮਸ ਕਾਫੀ ਸੀਵੀਅਰ ਸੀਗੇ ਇਹਨਾਂ ਨੂੰ ਰਸ਼ ਕੀਤਾ ਗਿਆ ਡਿਸਟ੍ਰਿਕਟ ਹਸਪੀਟਲ ਰੋਪੜ ਦੇ ਵਿੱਚ ਲੇਕਿਨ ਉਹ ਬ੍ਰੌਡ ਡੈਥ ਕਰਾਰ ਦਿੱਤੇ ਗਏ ਸੀਗੇ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਸੰਵੇਦਨਾ ਵਿਅਕਤ ਕਰਦੇ ਨੇ ਨਾਲ ਹੀ ਜਿਹੜੇ ਹੁਣ ਮੇਲ ਹੈਗੇ 62 ਸਾਲ ਦੇ ਨੂਰਪੁਰ ਖੁਰਦ ਤੋਂ ਇਹ ਡਾਇਬੀਟੀਜ਼ ਦੇ ਸ਼ਿਕਾਰ ਸੀਗੇ ਤੇ ਹਾਈਪਰਟੈਂਸ਼ਨ ਦੇ ਇਹਨਾਂ ਦੇ ਪੀਜੀਆਈ ਦੇ ਵਿੱਚ ਐਡਮਿਟ ਸੀਗੇ ਪਿਛਲੇ 2 ਦਿਨ ਤੋਂ ਤਾਂ ਅੱਜ ਇਹਨਾਂ ਦਾ ਜਿਹੜਾ ਹੈਗਾ ਸਿਵੀਅਰਿਟੀ ਵਧਣ ਕਾਰਨ ਅੱਜ ਇਹਨਾਂ ਦੀ ਡੈਥ ਹੋਈ ਹੈਗੀ ਉੱਥੇ ਹੁਣ 2 ਡੈਥਸ ਨੂੰ ਮਿਲਾ ਕੇ ਟੋਟਲ ਡੈਥਸ ਜਿਹੜੀ ਕੋਰੋਨਾ ਦੇ ਨਾਲ ਸੰਬੰਧਿਤ ਹੈਗੀ ਜ਼ਿਲ੍ਹੇ ਦੇ ਵਿੱਚ ਉਹ ਹੁਣ 87 ਹੋ ਚੁੱਕੀ ਹੈਗੀ ਜੋ ਕਾਫੀ ਜ਼ਿਆਦਾ ਵੱਡਾ ਫਿਗਰ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਨੇ ਲਗਾਤਾਰ ਕਿ ਸਾਡੀ ਜਿਹੜੀ ਇਹ ਮੋਰਟੈਲਿਟੀ ਹੈ ਸਾਡੀ ਜਿਹੜੀ ਇਹ ਫੈਟੈਲਿਟੀ ਹੈ ਇਹ ਲਗਾਤਾਰ ਕਮ ਹੁੰਦੀ ਰਹੇ ਇਸ ਦੇ ਵਾਸਤੇ ਸਾਨੂੰ ਤੁਹਾਡੀ ਲੋੜ ਦੀ ਤੁਹਾਡੇ ਸਹਿਯੋਗ ਦੀ ਲੋੜ ਹੈਗੀ ਕਿਉਂਕਿ ਜਦ ਤੱਕ अर्ਲੀ डिटेक्शन नहीं ਹੁੰਦਾ ਹੈਗਾ जब तक ऐसे केसेस जिवें आज कह सकते हैं कि कुछ ऐसे पेशेंट्स भी डिसीज़ हुए ने जिन्हां नूं कोई कोमॉर्बिडिटी नहीं सीगी ਇਹ ਸਿਰਫ ਉਹਨਾਂ ਦੇ ਸਿੰਪਟਮ ਜ਼ਿਆਦਾ ਸਿਵੀਅਰ ਹੋਣ ਕਾਰਨ ਤੇ ਉਹ ਹਸਪੀਟਲ ਦੇ ਵਿੱਚ ਆਉਣ ਦੇ ਵਿੱਚ ਦੇਰੀ ਕਾਰਨ ਹੀ ਉਹਨਾਂ ਨੂੰ ਨਹੀਂ ਬਚਾਇਆ ਜਾ ਸਕਾ ਇਸ ਕਰਕੇ ਹੀ ਬਹੁਤ ਜ਼ਿਆਦਾ ਹੀ ਇੱਕ ਇਸ਼ੂ ਇਸ ਦੇ ਵਿੱਚ ਹੈਗਾ ਫੈਟੈਲਿਟੀ ਰੇਸ਼ੀਓ ਨੂੰ ਲੈ ਕੇ ਹਾਲ ਦੀ ਘੜੀ ਦੇ ਵਿੱਚ ਪੂਰੇ ਡਿਸਟ੍ਰਿਕਟ ਦੇ ਵਿੱਚ ਨਾ ਹੀ ਕੋਈ ਮਾਈਕਰੋ ਕੰਟੇਨਮੈਂਟ ਜ਼ੋਨ ਹੈ ਨਾ ਹੀ ਕੋਈ ਕੰਟੇਨਮੈਂਟ ਜ਼ੋਨ ਹੈ ਜਿਸ ਦੇ ਵਿੱਚ ਹੁਣ ਜਿੰਨੇ ਵੀ ਪੂਰੇ पुराने कंटेनमेंट या माइक्रो कंटेनमेंट जोन सीगे वो सारे ही डीसील कर दिते गए हैंगे इस
ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਕਿ ਬੈੱਡ ਆਕੂਪੈਂਸੀ ਦੀ ਕਿ ਕਿੰਨੇ ਪੇਸ਼ੈਂਟ ਸਾਡੇ ਕਿੱਥੇ ਹੁਣ ਟ੍ਰੀਟਮੈਂਟ ਲੈ ਰਹੇ ਨੇ, ਇਸ ਦੇ ਵਿੱਚੋਂ ਇਹ ਧਿਆਨ ਦੇਣੇ ਵਾਲੀ ਗੱਲ ਹੈਗੀ ਕਿ ਸਾਡੇ ਕੋਲ ਹੁਣ DH ਰੋਪੜ ਜਿਹੜਾ ਡਿਸਟ੍ਰਿਕਟ ਹਸਪੀਟਲ ਦਾ ਹੈਗਾ, ਉਸ ਦੇ ਵਿੱਚ 14 ਐਕਟਿਵ ਕੇਸਿਸ ਨੇ, ਜਿਨ੍ਹਾਂ ਦੇ ਵਿੱਚੋਂ ਮਾਈਲਡ ਜਿਹੜੇ ਕੇਸਿਸ ਨੇ ਉਹ 8 ਹੈਗੇ, ਜਿਹੜੇ ਮਾਈਲਡ ਸਿੰਪਟੋਮੈਟਿਕ ਕੇਸ, ਏਸਿੰਪਟੋਮੈਟਿਕ ਕੇਸਿਸ ਨੇ। ਜਿਹੜੇ ਮੋਡਰੇਟ ਆਕਸੀਜਨ ਸਪੋਰਟ ਤੇ ਹੈਗੇ ਉਹ 6 ਕੇਸਿਸ ਨੇ ਸਾਡੇ ਕੋਲ। ਹੁਣ 2 ਰੈਫਰਡ ਕੇਸਿਸ ਅਸੀਂ L3 ਦੇ ਵਿੱਚ ਕੀਤੇ ਹੈਗੇ। ਅੱਜ ਕੀ ਡੇਟ में 2 ਸਸਪੈਕਟਡ ਕੇਸਿਸ ਵੀ ਨੇ, ਜਿਨ੍ਹਾਂ ਦੇ ਹੁਣ ਟੈਸਟ ਦੇ ਰਿਜ਼ਲਟਸ ਬਾਕੀ ਨੇ। ਤੇ ਇਹ DH ਰੋਪੜ ਦੀ ਰਿਪੋਰਟ ਹੈਗੀ। ਜੇਕਰ ਗੱਲ ਕਰੀਏ ਕਿ ਸਾਡੀ ਸੈਂਪਲਿੰਗ ਦੀ, ਲਗਾਤਾਰ ਅਸੀਂ ਸੈਂਪਲਿੰਗ ਕਰ ਰਹੇ ਨੇ। ਹੁਣ ਅੱਜ ਵੀ ਸੈਂਪਲਿੰਗ ਦੀ ਲਗਭਗ 498 के आसपास हैगी साड़ी। ਅਸੀਂ ਕੋਸ਼ਿਸ਼ ਕਰ ਰਹੇ ਨੇ ਕਿ ਤੁਹਾਡੇ ਵਾਸਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਹਾਈ ਰਿਸਕ ਪੇਸ਼ੈਂਟਸ ਨੇ ਪਹਿਲੇ ਹੀ ਉਹਨਾਂ ਦੇ ਡਿਰੈਕਸ਼ਨ ਕਰਾ ਸਕੀਏ। ਤੇ ਇਸ ਕਰਕੇ ਆਪਦੀ ਹੀ ਸਾਨੂੰ ਲੋੜ ਹੈਗੀ ਕਿ ਆਪ ਸਾਹਮਣੇ ਆਣ। ਤੇ ਜੇਕਰ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਸਾਂਸ ਨੂੰ ਲੈ ਕੇ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਸਿੰਪਟਮਸ ਲੱਗਦੇ ਨੇ ਕਿ ਜੀ ਕੋਵਿਡ ਹੋ ਸਕਦਾ ਹੈਗਾ, ਤੁਸੀਂ ਸੀਵੀਅਰ ਸਿੰਪਟਮਸ ਹੋਣ ਦੀ ਵੇਟ ਨਾ ਕਰੋ, ਪਹਿਲੇ ਹੀ ਆ ਕੇ ਸਾਡੇ ਕੋਲ ਟੈਸਟ ਕਰਾ ਲਓ। ਤਾਂ ਉਹ ਬਹੁਤ ਹੀ ਜ਼ਿਆਦਾ ਤੁਹਾਡੇ ਲਈ, ਤੁਹਾਡੇ ਪਰਿਵਾਰ ਦੇ ਵਾਸਤੇ ਤੇ ਸਾਡੇ ਵਾਸਤੇ ਵੀ ਇਹ ਚੰਗੀ ਗੱਲ ਹੋਵੇਗੀ ਕਿ ਅਸੀਂ ਕਿਸੇ ਤਰੀਕੇ ਨਾਲ ਸਹੀ ਟਾਈਮ ਤੇ ਉਹ ਟ੍ਰੀਟਮੈਂਟ ਤੁਹਾਨੂੰ ਦੇ ਪਾਵਾਂਗੇ। ਇਸ ਦੇ ਨਾਲ ਹੀ ਇੱਕ ਹੋਰ ਜਿਹੜੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੈਗੇ ਆਰਡਰਸ, ਜੋ ਪਹਿਲਾਂ ਬਾਹਰਲੇ ਸਟੇਟ ਤੋਂ ਜਿਹੜੇ ਆਉਂਦੇ ਸੀਗੇ ਉਹਨਾਂ ਨੂੰ ਅਸੀਂ ਹੋਮ ਕੁਆਰੰਟਾਈਨ ਕਰਦੇ ਸੀਗੇ ਤੇ ਉਹਨਾਂ ਦਾ ਬਕਾਇਦਾ ਅਸੀਂ ਨੋਟ ਲੈਂਦੇ ਸੀਗੇ। ਸਪੈਸ਼ਲੀ ਜਿਹੜੇ ਕ੍ਰਾਸ ਬਾਰਡਰ ਸਟੇਟ ਤੋਂ ਆਉਂਦੇ ਸੀਗੇ, ਜਿਵੇਂ ਹਿਮਾਚਲ ਜਾਂ ਕਿਸੇ ਹੋਰ ਸਟੇਟ ਤੋਂ ਲੰਘ ਕੇ ਆ ਰਹੇ ਨੇ, ਉਹਨਾਂ ਨੂੰ ਹੋਮ ਕੁਆਰੰਟਾਈਨ ਦੇ ਪਹਿਲੇ ਆਦੇਸ਼ ਸੀਗੇ ਜੁਲਾਈ ਦੇ ਆਰਡਰਸ ਦੇ ਕਰਕੇ। ਲੇਕਿਨ ਹੁਣ ਘਟਤੀ ਜਿਹੜੀ ਕੇਸਿਸ ਦੀ ਗਿਣਤੀ ਹੈਗੀ, ਇਸ ਨੂੰ ਵੇਖਦੇ ਹੋਏ ਤੇ ਹੁਣ ਗਵਰਨਮੈਂਟ ਆਫ ਇੰਡੀਆ ਦੇ ਅਨਲੌਕ 5 ਦੇ ਆਰਡਰਸ ਨੂੰ ਵੀ ਵੇਖਦੇ ਹੋਏ ਇਹ ਆਰਡਰ ਜਿਹੜਾ ਸਰਵੇਲੈਂਸ ਦਾ ਹੈਗਾ ਉਹ ਹੁਣ ਅੱਜ ਖਤਮ ਕਰ ਦਿੱਤਾ ਗਿਆ ਹੈਗਾ। ਇਸ ਕਰਕੇ ਹੁਣ ਕੋਈ ਵੀ ਵਿਅਕਤੀ ਜਿਹੜਾ ਬਾਹਰਲੇ ਸਟੇਟ ਤੋਂ ਆ ਰਿਹਾ ਹੈਗਾ ਪੰਜਾਬ ਦੇ ਵਿੱਚ, ਉਹਨਾਂ ਨੂੰ ਹੋਮ ਕੁਆਰੰਟਾਈਨ ਨਹੀਂ ਕੀਤਾ ਜਾਵੇਗਾ, ਨਾ ਹੀ ਉਹਨਾਂ ਦੀ ਕੋਈ ਜਿਹੜੀ ਨਾਕੇ ਤੇ ਚੈਕਿੰਗ ਹੁੰਦੀ ਸੀਗੀ ਉਹ ਨਾ ਹੀ ਉਹ ਚੈਕਿੰਗ ਕੀਤੀ ਜਾਵੇਗੀ। ਲੇਕਿਨ ਇਸ ਤੋਂ ਇਲਾਵਾ ਇੱਕ ਬੜੀ ਇੰਪੋਰਟੈਂਟ ਗੱਲ ਹੈਗੀ, ਬਹੁਤ ਹੀ ਜ਼ਿਆਦਾ ਸੰਜੀਦਗੀ ਵਾਲੀ ਗੱਲ ਹੈਗੀ ਕਿ ਸੀਰੀਅਸਨੈਸ ਬਰਕਰਾਰ ਰੱਖੀਏ। ਜੇਕਰ ਤੁਹਾਨੂੰ ਕੋਈ ਵੀ ਲੱਛਣ ਹੈ, ਭਾਵੇਂ ਤੁਸੀਂ ਬਾਹਰਲੀ ਸਟੇਟ ਤੋਂ ਟਰੈਵਲ ਕਰਕੇ ਆ ਰਹੇ ਹੋ, ਭਾਵੇਂ ਤੁਸੀਂ ਆਪਣੇ ਘਰ ਦੇ ਵਿੱਚ ਹੀ ਬੈਠੇ ਹੋ, ਲੇਕਿਨ ਤੁਹਾਨੂੰ ਕੋਈ ਵੀ ਲੱਛਣ ਹੈ, ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਤੁਰੰਤ ਆਪਣਾ ਟੈਸਟ ਕਰਾਓ। ਇਹ ਟੈਸਟ ਫ੍ਰੀ ਕੀਤਾ ਜਾਂਦਾ ਹੈਗਾ ਗਵਰਨਮੈਂਟ ਫੈਸਿਲਿਟੀਜ਼ ਦੇ ਵਿੱਚ, ਜਿੱਥੇ ਤੁਸੀਂ ਆਪਣੇ ਨਜ਼ਦੀਕੀ ਸਿਵਲ ਹਸਪੀਟਲ ਦੇ ਵਿੱਚ ਜਾ ਕੇ ਕਰਾ ਸਕਦੇ ਹੋ। ਤੇ ਪ੍ਰਾਈਵੇਟ ਲੈਬਸ ਨੂੰ ਵੀ ਇਹ ਪੰਜਾਬ ਸਰਕਾਰ ਵੱਲੋਂ ਇੱਕ ਸਲੈਬ ਫਿਕਸ ਕੀਤੇ ਗਏ ਹੈਗੇ ਵੱਖਰੇ ਟੈਸਟਾਂ ਦੇ। ਉੱਥੇ ਵੀ ਜਾ ਕੇ ਜੇਕਰ ਤੁਹਾਨੂੰ ਲੱਗਦਾ ਹੈਗਾ ਕਿ ਪ੍ਰਾਈਵੇਟ ਲੈਬ ਤੋਂ ਕਰਵਾਉਣਾ, ਉੱਥੇ ਵੀ ਜਾ ਕੇ ਤੁਸੀਂ ਕਰਾ ਸਕਦੇ ਹੋ। ਮੇਰੀ ਬਸ ਆਪ ਸਾਰਿਆਂ ਨੂੰ ਇਹ ਅਪੀਲ ਹੈ ਕਿ ਜ਼ਰੂਰ ਕਰਾਉਣ, ਇਸ ਦੇ ਵਿੱਚ ਪਿੱਛੇ ਨਾ ਰਹਿਣ, ਇਸ ਦੇ ਵਿੱਚ ਇਹ ਨਾ ਸੋਚਣ ਕਿ ਹੁਣ ਸਰਕਾਰ ਵੱਲੋਂ ਜ਼ਿਆਦਾ क्यों किया जा रहा है, क्योंकि ये आपके लिए ही एक बचाव का तरीका है। जब तक साडे कोल वैक्सीन की उपलब्धता जनता वास्ते नहीं हैगी, उस वेले तक साडा मास्क ही साडा बचाव है। ते जेकर सानू कोई भी लक्षण आंदे ने ते तुहाडे परिवार दे, तुहाडे रिश्तेदारां दे विच तुहानू कोई भी इदां दा लगदा हैगा, उन्हां नू जरूर ही एडवाइस करो कि तुसीं अपना जाके जरूर टेस्ट कराओ। ਸਾਡੇ ਕੋਲ ਇਦਾਂ ਦੇ ਵੀ ਪੇਸ਼ੈਂਟਸ ਹੈਗੇ ਜਿਹੜੇ ਬਹੁਤ ਜ਼ਿਆਦਾ ਸੀਰੀਅਸ ਕ੍ਰੋਨਿਕ ਪੇਸ਼ੈਂਟ ਸੀਗੇ, ਲੇਕਿਨ ਸਮੇਂ ਰਹਤੇ ਉਹ ਸਾਡੇ ਕੋਲ ਆ ਗਏ, ਇਸ ਕਰਕੇ ਅਸੀਂ ਉਹਨਾਂ ਨੂੰ ਬਚਾ ਪਾਏ। ਸਾਡੇ ਕੋਲ 86 ਸਾਲ ਦੇ ਵੀ ਬਜ਼ੁਰਗ ਨੇ ਜਿਹੜੇ ਬੜੇ ਚੰਗੇ ਹੋ ਕੇ ਕੈਂਸਰ ਦੇ ਪੀੜਤ ਹੋਣ ਤੋਂ ਬਾਵਜੂਦ ਕੋਰੋਨਾ ਨੂੰ ਹਰਾ ਕੇ ਵਾਪਸ ਘਰ ਪਰਤੇ ਨੇ। ਇਹ ਤਦ ਹੀ ਪੋਸੀਬਲ ਹੋ ਪਾਇਆ ਹੈ ਕਿਉਂਕਿ ਉਹ ਸਮੇਂ ਰਹਤੇ ਸਾਡੇ ਕੋਲ ਆ ਗਏ ਸੀਗੇ, ਸਮੇਂ ਰਹਤੇ ਉਹਨਾਂ ਨੇ ਅਸੀਂ ਅਰਲੀ ਡਿਟੈਕਸ਼ਨ ਕਰ ਲਿਆ ਸੀਗਾ। ਇਸ ਕਰਕੇ ਆਪ ਸਾਰਿਆਂ ਨੂੰ ਫਿਰ ਹੱਥ ਜੋੜ ਕੇ ਬੇਨਤੀ ਹੈ ਕਿ ਕਾਈਂਡਲੀ ਮਾਸਕ ਪਹਿਨੇ, ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਤੇ ਨਾਲ ਹੀ ਹੁਣ ਕੁਝ ਦਿਨਾਂ ਦੇ ਵਿੱਚੋਂ ਪੰਜਾਬ ਸਰਕਾਰ ਵੱਲੋਂ ਸਕੂਲ ਨੂੰ ਲੈ ਕੇ ਵੀ ਨਵੀਂ ਗਾਈਡਲਾਈਨਸ ਜਾਰੀ ਹੋਵੇਗੀ, ਉਸ ਨੂੰ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਸੀਂ ਕੋਸ਼ਿਸ਼ ਕਰ ਰਹੇ ਨੇ ਕਿ ਬੱਚਿਆਂ ਵਾਸਤੇ ਵੀ ਅਸੀਂ ਪੁਖਤਾ ਇੰਤਜ਼ਾਮ ਕਰੀਏ ਤਾਂ ਕਿ ਕਿਸੇ ਵੀ ਬੱਚੇ ਨੂੰ ਇਸ ਮਹਾਮਾਰੀ ਤੋਂ ਸ਼ਿਕਾਰ ਨਾ ਹੋਣਾ ਪਏ।
ਨਾਲ ਹੀ ਮੈਂ ਇਹ ਜਾਣਕਾਰੀ ਦੇਣਾ ਚਾਹੁੰਦੀ ਹਾਂ, ਪਿਛਲੇ 8-9 ਮਹੀਨੇ से इस कोरोना काल ਦੇ ਵਿੱਚ ਸਾਡੇ ਸਿਵਲ ਸਰਜਨ ਸਾਹਿਬ श्री एच.एन. शर्मा जी ਜਿਹੜੇ ਰਿਟਾਇਰ ਹੋਏ ਹੈਗੇ, 29 ਤਾਰੀਖ ਨੂੰ ਮੈਂ उनका ਧੰਨਵਾਦ ਦੇਣਾ ਚਾਹੁੰਦੀ ਹਾਂ, ਕਿਉਂਕਿ ਪਿਛਲੇ 8 ਮਹੀਨੇ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਤਨਦੇਹੀ ਨਾਲ ਕੰਮ ਕੀਤਾ ਹੈਗਾ, ਬਹੁਤ ਜ਼ਿਆਦਾ ਸੰਜੀਦਗੀ ਨਾਲ ਇੱਥੇ ਡਿਸਟ੍ਰਿਕਟ ਦੇ ਵਿੱਚ ਆਪਣੀ ਸੇਵਾएं ਦਿੱਤੀ ਹੈਗੀ, ਤੇ ਉਹਨਾਂ ਦੇ ਥਰੂ ਮੈਂ ਸਾਰੇ ਹੀ ਹੈਲਥ ਵਰਕਰਸ ਔਰ ਹੈਲਥ ਸੇਵਾਵਾਂ ਦੇਣ ਵਾਲੇ ਸਾਰੇ ਹੀ ਮਲਟੀਪਰਪਸ ਹੈਲਥ ਵਰਕਰਸ, ਡਾਕਟਰਸ, ਨਰਸਿਸ ਨੂੰ ਵੀ ਧੰਨਵਾਦ ਦੇਣਾ ਚਾਹੁੰਦੀ ਹਾਂ, ਕਿਉਂਕਿ ਤੁਹਾਡੇ ਕਰਕੇ ਹੀ ਰੋਪੜ ਜ਼ਿਲ੍ਹੇ ਦੇ ਵਿੱਚ ਕੇਸਿਸ ਦੀ ਗਿਣਤੀ ਹਾਲ ਦੀ ਘੜੀ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਹੈ ਤੇ ਜ਼ਿਆਦਾਤਰ ਕੇਸਿਸ ਰਿਕਵਰ ਹੋ ਰਹੇ ਨੇ। ਆਪ ਸਾਰਿਆਂ ਤੋਂ ਬੇਨਤੀ ਹੈ ਕਿ ਜੇਕਰ ਤੁਸੀਂ ਮੈਨੂੰ ਸੁਣ ਰਹੇ ਹੋ ਤਾਂ ਜੇਕਰ ਤੁਸੀਂ ਇਸ ਕੋਰੋਨਾ ਦੀ ਮਹਾਮਾਰੀ ਤੋਂ ਪੀੜਿਤ ਹੋ, ਸਾਡੀ ਟੀਮਸ ਤੁਹਾਨੂੰ ਫੋਨ ਕਰਦੀ ਹੈਗੀ, ਸਾਡੀ ਕੰਟੈਕਟ ਟ੍ਰੇਸਿੰਗ ਦੀ, ਸਾਡੀ ਹੋਮ ਆਈਸੋਲੇਸ਼ਨ ਦੀ, ਕਾਈਂਡਲੀ ਉਹਨਾਂ ਨੂੰ ਸਹੀ ਔਰ ਸਟੀਕ ਜਾਣਕਾਰੀ ਜ਼ਰੂਰ ਦੇਣ, ਕਿਉਂਕਿ ਇਹ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਤੁਹਾਡੇ ਆਗੇ ਜਿਹੜੇ ਵੀ ਨੋਨ ਹੈਗੇ ਜਿਨ੍ਹਾਂ ਦੇ ਨਾਲ ਤੁਸੀਂ ਮਿਲੇ ਹੋ, ਉਹਨਾਂ ਦੇ ਵਾਸਤੇ ਬਹੁਤ ਹੀ ਜ਼ਿਆਦਾ ਹੀ ਇੰਪੋਰਟੈਂਟ ਹੈਗੀ, ਕਿਉਂਕਿ ਉਹਨਾਂ ਨੂੰ ਜੇਕਰ ਤੁਸੀਂ ਕੋਈ ਇਨਫੈਕਸ਼ਨ ਪਾਸ ਔਨ ਕਰ ਚੁੱਕੇ ਹੋ ਤਾਂ ਉਹਨਾਂ ਦਾ ਅਰਲੀ ਡਿਟੈਕਸ਼ਨ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ। ਮੈਨੂੰ ਆਸ ਹੈ ਕਿ ਰੋਪੜ ਦੇ ਜਿੰਨੇ ਵੀ ਵਸੀਕ ਨੇ ਉਹ ਹੁਣ ਤੱਕ ਜਿਹੜਾ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਹੈਗਾ ਉसी तरीके ਨਾਲ आगे देते रहेंगे। फिर अगले बुधवार शाम 7 बजे फिर मैं आपके साथ नवी जी गाइडलाइंस हैगी, नवा जो साडा डेटा हैगा कोरोना ਨੂੰ लेके आपके साथ साझा करांगे। उस वेले तक मास्क की वरतों करते रहिए, सोशल डिस्टेंसिंग का पालन करते रहिए। थैंक यू।